सतनाम श्री वाहेगुरु। गुरु नानक ते आदल दसवें गुर पर्यंत बारंबार वंदना। आद श्री गुरु ग्रंथ लाख खुशियां पातशाहियां जे सतगुर नदर करे।
निमख एक हर नाम दे। मेरा मन तन शीतल होए। ऐसे आंगुरां तो मैं बल बल जावां। 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 मातावां बोलो, सारियां बीबियां बोलो। बल बल जावां, बल बल जावां, बल बल जावां जी मैं, बल बल जावां। बलिहारी गुर अपने दोहाड़ी सदवार। जिन मानस के देवत किए करत न लगी वार। करत न लगी वार। जिन मानस ते देवत किए जे सो चंदा उगवै सूरज चढ़े हजार। इथे चानण हुंदे गुर बिन कोर अंगारो। गुर बिन कोर अंगार।
मैनू गुरा बिना कोर अंधेरा, वो चंद पावे सो चढ़ जे, गुरा बिना कोर अंधेरा, चंद पावे सो चढ़ जे। भैना बोलो चंद पावे बलिहारी गुरु अपने दिहाड़ी सदवारो, जिन मानस ते देवत किए करत ना लागी वार, जैसो चंदा उगवे सूरज चढ़े हजार, इते चानण हुंदिया गुर बिन कोर अंधार, जुगो जुग टल धन धन साहिब श्री गुरु ग्रंथ साहिब सच्चे पातशाह महाराज जी की हजूरी दे अंदर जितने भी शरीर बैठे ने सतगुरां दी बख्शिश दोहराओ, कोई भी रसना वांझी ना रवे, गज के फतेह बुलाओ। आखो वाहिगुरु जी का खालसा वाहिगुरु जी की फतेह। जिन्ने शरीर बैठे ने आवाज पूरी तरह नहीं आई, दोबारा फिर गज के फतेह बुलाओ। आखो वाहिगुरु जी का खालसा वाहिगुरु जी की फतेह। अपार सतगुरां दी रहमत बख्शिश कृपा हुई है। भाई हरभजन दीप सिंह जो कि सतगुरु जी की कृपा दा सदका फौज विच भर्ती होए ने, फौज विच भर्ती होए ने। शुकराने वजों गुरमुख परिवार ने गुरु घर दा ओट आसरा लिया है और अपने गृह विखे श्री सुखमणी साहब दे जाप करवाए ने। और गुरमुख प्यारियों बड़े उत्तम भाग हन। गुरमुखों को संसार दे विच ऐसे लोक विरले हुंदे ने जिहड़े गुरु दा ओट आसरा लेंदे ने। नहीं तां दुनिया बड़े रंग राग करदी है, बड़े लोग खुशियां मनाउण दे ढंग हुंदे ने। कोई पाप करके खुशियां मनाउंदा है, भाव शराबां दे दौर चलदे ने। गुरमुखों गंदे गीत चलदे ने, गाउण वाले ला के कई खुशियां मनाउंदे ने। संसार ते कई ऐसे हन जिहड़े डीजे लगा के खुशियां मनाउंदे ने। पर गुरबाणी दी निगाह विच गुरमुख लोक ओह हन जो गुरु नूं घर सद के गुरबाणी दे प्रवाह चलाउंदे ने। आखो सतनाम। ऐसे लोक प्यारे विरले हुंदे ने संसार ते जिन्हां ने गुरु दा ओट आसरा लिया है। और गुरबाणी दे विच मेरे पातशाह फरमान करदे ने, महाराज कहंदे संसार दा
ਸੁਭਾਅ ਬਣਿਆ ਸੋਭਾ ਕਰਨੀ। ਸੋਭਾ ਕਰਦੇ ਨੇ ਲੋਕ, ਵਡਿਆਈ ਕਰਦੇ ਨੇ ਜਿਨ੍ਹਾਂ ਦੇ ਕੋਲੇ ਚਾੜ ਛਿਲਕੇ ਮਾਇਆ ਦੇ ਨੇ। ਉਹਨੂੰ ਆਖਦੇ ਨੇ ਲੋਕ ਕਿ ਉਹ ਵੱਡਿਆਂ ਭਾਗਾਂ ਵਾਲਾ ਹੈ, ਜਿਹਦੇ ਬੈਂਕ ਅਕਾਊਂਟ ਵਿੱਚ ਲੱਖਾਂ ਰੁਪਈਆ ਹੈ। ਦੁਨੀਆ ਦੇ ਲੋਕ ਕਹਿੰਦੇ ਉਹ ਵੱਡਿਆਂ ਭਾਗਾਂ ਵਾਲਾ ਹੈ, ਜਿਹਦੇ ਕੋਲੇ ਜ਼ਮੀਨ ਜਾਇਦਾਦ ਹੈ, ਜਿਹਦੇ ਕੋਲ ਕੋਈ ਉੱਚਾ ਅਹੁਦਾ ਹੈ। ਤੇ ਦੁਨੀਆ ਦੇ ਲੋਕ ਕਹਿੰਦੇ ਉਹ ਵੱਡਿਆਂ ਭਾਗਾਂ ਵਾਲਾ ਹੈ। ਤੇ ਪਰ ਗੁਰਬਾਣੀ ਨੂੰ ਜੇ ਪੁੱਛਣਾ ਕਰੀਏ ਕਿ ਮਹਾਰਾਜ ਜੀ ਦੱਸਣਾ ਕਰੋ, ਤੁਹਾਡੀ ਨਿਗਾਹ ਦੇ ਵਿੱਚ ਵੱਡਿਆਂ ਭਾਗਾਂ ਵਾਲਾ ਕੌਣ ਹੈ? ਤੇ ਮਹਾਰਾਜ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ। ਆ ਜਿੰਨੇ ਬੈਠੇ ਹੋ ਸਭ ਤੋਂ ਉੱਤਮ ਭਾਗ ਹਨ ਤੁਹਾਡੇ ਵਿੱਚ ਹੀ ਮੇਰੇ, ਕਿ ਮੈਨੂੰ ਵੀ ਸਤ ਸੰਗ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਮਹਾਰਾਜ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇ। ਵੱਡਿਆਂ ਭਾਗਾਂ ਵਾਲੇ ਨੂੰ ਹੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਭਾਗਹੀਨ ਤੇ ਜਿਨ੍ਹਾਂ ਦੇ ਭਾਗ ਨਹੀਂ ਬਣੇ ਉਹਨੂੰ ਹੁਕਮ ਨਹੀਂ ਕਿ ਉਹ ਗੁਰੂ ਦਰਬਾਰ ਦੇ ਵਿੱਚ ਜਾ ਸਕੇਗਾ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰਮੁਖੋ ਭਾਗਾਂ ਤੋਂ ਬਗੈਰ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਤਾਂ ਗੁਰਬਾਣੀ ਚ ਪਾਤਸ਼ਾਹ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ, ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ। ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਤਰਾਂ ਤੋਂ ਸੁੱਤੀ ਹੋਈ ਕਿਸਮਤ ਜਾਗਦੀ ਹੈ ਜਦੋਂ ਸੰਗਤ ਦੇ ਵਿੱਚ ਆ ਕੇ ਬੈਠ ਕੇ ਗੁਰਬਾਣੀ ਦਾ ਗਿਆਨ ਹਾਸਲ ਕਰਨ ਦਾ ਆਪਾਂ ਨੂੰ ਸੁਭਾਗਾ ਸਮਾਂ ਮਿਲਦਾ ਹੈ। ਤੇ ਪਰ ਗੁਰਮੁਖੋ ਜੇ ਕੋਈ ਸ਼ਰਧਾ ਧਾਰ ਕੇ ਗੁਰੂ ਪ੍ਰਤੀ ਭਾਵਨਾ ਹਿਰਦੇ ਦੇ ਵਿੱਚ ਵਸਾ ਕੇ, ਅੱਜ ਕੱਲ ਦੁਨੀਆ ਤੇ ਬਹੁਤੇ ਲੋਕ ਨੇ ਜਿਹੜੀ ਮੰਗ ਮੰਗੀ ਦਾ ਨਾ ਗੁਰੂ ਪ੍ਰਤੀ ਮੰਗ ਤਾਂ ਬਹੁਤ ਵੱਡੀ ਹੈ, ਬਹੁਤ ਵੱਡੀ ਮੰਗ ਮੰਗੀ ਦਾ, ਪਰ ਜਿਹੜੀ ਸ਼ਰਧਾ ਹੈ ਸ਼ਰਧਾ ਛੋਟੀ ਜੀ ਹੈ। ਵੱਡੀ ਮੰਗ ਮੰਗਣ ਵਾਸਤੇ ਵੱਡੀ ਸ਼ਰਧਾ ਵੀ ਬਣਾਉਣੀ ਪੈਂਦੀ ਹੈ। ਤੇ ਗੁਰਮੁਖੋ ਭਾਈ ਹਰਭਜਨ ਸਿੰਘ ਜਿਨ੍ਹਾਂ ਦੇ ਪ੍ਰਤੀ, ਜਿਨ੍ਹਾਂ ਦੀ ਫੌਜ ਵਿੱਚ ਭਰਤੀ ਹੋਣ ਦੇ ਵਾਸਤੇ ਪਰਿਵਾਰ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਹੈ। ਤੇ ਗੁਰਮੁਖੋ ਦਾਸ ਕੋਲੇ ਭਾਈ ਹਰਭਜਨ ਦੀਪ ਸਿੰਘ ਜੀ ਦੇ ਮਾਤਾ ਜੀ ਆਏ, ਆਖਦੇ ਬਾਬਾ ਜੀ ਅਰਦਾਸ ਕਰਨੀ ਹੈ। ਸੁਣਿਓ ਪਿਆਰਿਓ ਗੌਰ ਨਾਲ, ਮੈਂ ਭਾਵਨਾ ਦੀ ਗੱਲ ਕਰਨੀ ਹੈ। ਇਹ ਨਾ ਗੱਲ ਸੋਚਿਓ ਕਿ ਬਾਬਾ ਜੀ ਪਰਿਵਾਰ ਦੀ ਸ਼ੋਭਾ ਕਰਨ ਲੱਗ ਪਏ। ਮੈਂ ਗੱਲ ਸ਼ਰਧਾ ਦੀ ਕਰਨੀ, ਭਾਵਨਾ ਦੀ। ਵੀ ਜਦੋਂ ਬੰਦੇ ਦੇ ਅੰਦਰ ਭਾਵਨਾ ਆ ਜਾਂਦੀ ਹੈ ਸੁੱਖ ਆਟੋਮੈਟਿਕਲੀ ਆ ਜਾਂਦੇ ਨੇ ਬੰਦੇ ਦੇ ਅੰਦਰ। ਔਰ ਗੁਰਮੁਖ ਪਿਆਰਿਓ ਮਾਤਾ ਜੀ ਆਏ ਤੇ ਆਖਣ ਲੱਗੇ ਬਾਬਾ ਜੀ ਬੱਚੇ ਦਾ ਟੈਸਟ ਹੈ ਫੌਜ ਦੇ ਵਿੱਚ ਔਰ ਅਰਦਾਸ ਕਰਨੀ ਹੈ। ਔਰ ਗੁਰਮੁਖ ਪਿਆਰਿਓ ਜਿੰਨੇ ਟੈਸਟ ਬੱਚੇ ਦੇ ਹੋਏ ਉਨੀਆਂ ਅਰਦਾਸਾਂ ਆ ਕੇ ਕਰਾਈਆਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ। ਦੇਗਾਂ ਲੈ ਕੇ ਆਏ। ਗੁਰਮੁਖੋ ਗੱਲ ਦੇਗਾਂ ਦੀ ਵੀ ਨਹੀਂ, ਮੈਂ ਗੱਲ ਭਾਵਨਾ ਦੀ ਗੱਲ ਕਰਦਾ। ਜੇ ਬੱਚੇ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਸੀ ਕਿ ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਤੇ ਅਰਦਾਸ ਫਲੀਭੂਤ ਹੋਏਗੀ। ਆਖੋ ਸਤਨਾਮ। ਕਿਉਂਕਿ ਮਹਾਰਾਜ ਗੁਰਬਾਣੀ ਅੰਦਰ ਕਹਿੰਦੇ ਨੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜੇ ਕੋਈ ਅੰਦਰੋਂ ਭਾਵਨਾ ਨਾਲ ਅਰਦਾਸ ਕਰੇ, ਅਰਦਾਸ ਕਦੇ ਵਿਅਰਥੀ ਨਹੀਂ ਜਾਂਦੀ। ਔਰ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਲਿਖਦੇ ਨੇ, ਕਹਿੰਦੇ ਸਿੱਖਾ
ਗੁਰੂ ਦੀ ਸ਼ਰਨ ਵਿੱਚ ਆ ਜਾ, ਭਾਵਨਾ ਧਾਰ ਕੇ, ਸ਼ਰਧਾ ਧਾਰ ਕੇ ਆ ਜਾ। ਤੇ ਆ ਜਾ ਕਿਸ ਤਰ੍ਹਾਂ? ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਤੋ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ ਹੈ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵਈ। ਆਖਦੇ ਨੇ ਜਿਵੇਂ ਅਨੇਕਾਂ ਰੋਗੀ ਵੈਦ ਕੋਲ, ਡਾਕਟਰ ਦੇ ਕੋਲ ਦਵਾਈ ਲੈਣ ਵਾਸਤੇ ਆਉਂਦੇ ਨੇ, ਜਿਹੋ ਜਿਹਾ ਕਿਸੇ ਨੂੰ ਰੋਗ ਹੁੰਦਾ ਏ ਤੇ ਡਾਕਟਰ ਉਹੋ ਜੀ ਉਸ ਨੂੰ ਦਵਾਈ ਦੇ ਦਿੰਦਾ ਏ। ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵਈ। ਉਹੋ ਜੀ ਦਵਾ ਪ੍ਰਾਪਤ ਹੋ ਜਾਏਗੀ। ਜੈਸੇ ਰਾਜ ਦਵਾਰ ਲੋਕ ਆਵਤ ਹੈ ਸੇਵਾ ਨਿਮਿਤ, ਜੋਈ ਜਾਹੀ ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵਈ। ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਕਹਿੰਦੇ ਸੇਠ ਬੰਦੇ ਕੋਲ, ਅਮੀਰ ਬੰਦੇ ਕੋਲ, ਰਾਜੇ ਕੋਲ ਅਨੇਕਾਂ ਲੋਕ ਕੰਮ ਮੰਗਣ ਜਾਂਦੇ ਨੇ, ਭਾਵ ਨੌਕਰੀ ਮੰਗਣ। ਤੇ ਜਿਹੋ ਜਿਹਾ ਜਿਸ ਵਿੱਚ ਹੁਨਰ ਹੁੰਦਾ ਏ ਫਿਰ ਉਹਨੂੰ ਉਹੋ ਜੀ ਨੌਕਰੀ ਪ੍ਰਾਪਤ ਹੋ ਜਾਂਦੀ ਹੈ। ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ, ਜੋਈ ਜੋਈ ਜਾਚੈ ਦੇ ਦੇ ਦੁੱਖਨ ਮਟਾਵੇ। ਕਹਿੰਦੇ ਮੰਗਤਾ ਮਾਲਕ ਦੇ ਦਰ ਤੇ ਮੰਗਣ ਵਾਸਤੇ ਜਾਂਦਾ ਏ। ਤੇ ਪਿਆਰਿਓ ਇੱਕ ਤਾਂ ਅੜਬ ਹੁੰਦੇ ਨੇ ਮੰਗਤੇ, ਜਿਹੜੇ ਕਹਿੰਦੇ ਨੇ ਕਿ ਭਿੱਖਿਆ ਲੈ ਕੇ ਜਾਵਾਂਗੇ, ਤੇ ਇੱਕ ਗਾਲਾਂ ਗੁਲਾਂ ਖਾ ਕੇ ਮੁੜ ਜਾਂਦੇ ਨੇ। ਤੇ ਮਾਲਕ ਵੀ ਕਈ ਵਧੀਆ ਹੁੰਦੇ ਨੇ, ਅਕਲਮੰਦ, ਜਿਹੜੇ ਖੈਰ ਪਾ ਦਿੰਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ, ਜੋਈ ਜੋਈ ਜਾਚੈ ਦੇ ਦੇ ਦੁੱਖਨ ਮਟਾਵਈ। ਜਿਹੋ ਜੀ ਫਿਰ ਮੰਗਦਾ ਉਹੋ ਜੀ ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ। ਤੇ ਅੱਗੇ ਲਾਸਟ ਜਿਹੜੀਆਂ ਪੰਕਤੀਆਂ ਨੇ ਉਹਦੇ ਵਿੱਚ ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਕਹਿੰਦੇ ਤੈਸੇ ਗੁਰ ਸਰਨ ਆਵਤ ਹੈ ਅਨੇਕ ਸਿੱਖ। ਗੁਰੂ ਦਰਬਾਰ ਵਿੱਚ ਗੁਰਮੁਖ ਪਿਆਰਿਓ ਅਨੇਕਾਂ ਹੀ ਸਿੱਖ ਸੰਗਤਾਂ ਆਉਂਦੀਆਂ ਨੇ। ਜੈਸੇ ਗੁਰ ਸਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਉ ਤੈਸੀ ਕਾਮਨਾ ਪੁਜਾਵਈ। ਮਹਾਰਾਜ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਵੀ ਭਾਈ ਗੁਰੂ ਦੇ ਦਰਬਾਰ ਵਿੱਚ ਅਨੇਕਾਂ ਹੀ ਸੰਗਤਾਂ ਆਉਂਦੀਆਂ ਨੇ, ਪਰ ਜਿਹੋ ਜੀ ਭਾਵਨਾ ਲੈ ਕੇ ਗੁਰੂ ਦਰਬਾਰ ਵਿੱਚ ਆਵਾਂਗੇ ਉਹੋ ਜੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਆਖੋ ਸਤਨਾਮ। ਤੇ ਪਰ ਪਿਆਰਿਓ ਦੁੱਖ ਇਸ ਗੱਲ ਦਾ ਹੈ ਕਿ ਗੁਰੂ ਪ੍ਰਤੀ ਭਾਵਨਾ ਨਹੀਂ ਬਣਦੀ। ਇੱਕ ਦਿਨ ਕਹਿੰਦੇ ਇੱਕ ਰਾਜੇ ਦੇ ਦੇਸ਼ ਵਿੱਚ ਮੀਂਹ ਨਾ ਪਿਆ, ਬਹੁਤ ਟਾਈਮ ਹੋ ਗਿਆ। ਮੀਂਹ ਨਾ ਪੈਣ ਕਰਕੇ ਜਿਹੜੇ ਨਗਰ ਦੇ ਲੋਕ ਸਨ, ਲੋਕਾਂ ਨੇ ਜੱਗ ਕਰਵਾਇਆ। ਜੱਗ ਕਰਾਉਂਦੇ ਹੁੰਦੇ ਸਨ ਪਹਿਲੇ ਸਮਿਆਂ ਵਿੱਚ। ਔਰ ਜਦੋਂ ਜੱਗ ਕਰਾਇਆ, ਅਰਦਾਸ ਬੇਨਤੀ ਕਰ ਰਹੇ ਨੇ ਵੀ ਹੇ ਅਕਾਲ ਪੁਰਖ ਪਰਮੇਸ਼ਰ, ਮੀਂਹ ਨਹੀਂ ਪੈ ਰਿਹਾ, ਕਿਰਪਾ ਕਰੋ ਮੀਂਹ ਪੈ ਜਾਵੇ। ਤੇ ਪਿਆਰਿਓ ਕੋਲੋਂ ਦੀ ਇੱਕ ਰੱਬ ਦਾ ਫਕਰ ਫਕੀਰ ਲੰਘ ਰਿਹਾ। ਉਹ ਪੁੱਛਣ ਲੱਗਾ, ਭਾਈ ਕਾਹਦੀਆਂ ਅਰਦਾਸਾਂ ਕਰਦੇ ਹੋ? ਆਖਣ ਲੱਗੇ, ਫਕੀਰ ਜੀ ਅਰਦਾਸਾਂ ਕਰਦੇ ਆ ਰੱਬ ਦੇ ਅੱਗੇ ਅਰਦਾਸਾਂ ਕਰਦੇ ਆ ਕਿ ਰੱਬਾ ਮੀਂਹ ਪਾ ਦੇ। ਤੇ ਫਕੀਰ ਕਹਿਣ ਲੱਗਾ, ਮੈਂ ਇਹ ਗੱਲ ਸੋਚ ਕੇ ਹੈਰਾਨ ਹੋ ਰਿਹਾ ਵੀ ਤੁਸੀਂ ਰੱਬ ਅੱਗੇ ਅਰਦਾਸ ਕਰ ਰਹੇ ਹੋ ਕਿ ਮੀਂਹ ਪੈ ਜਾਵੇ, ਤੇ ਪਰ ਕੋਈ ਬਚਣ ਦਾ ਹਿੱਲਾ ਕੀਤਾ? ਭਾਵ ਜੇ ਇੱਕੋ ਦਮ ਮੀਂਹ ਆ ਗਿਆ, ਬਾਰਿਸ਼ ਆ ਗਈ, ਕੋਈ ਛਤਰੀਆਂ ਤਾਂ ਲੈ ਆਉਂਦੇ, ਕੋਈ ਮੀਂਹ ਤੋਂ ਬਚਣ ਦਾ ਹਿੱਲਾ ਤਾਂ ਕਰਦੇ। ਆਖਣ ਲੱਗੇ ਬਾਬਾ ਤੂੰ ਚਲਾ ਜਾ,
ਲੰਘ ਜਾ ਤੂੰ, ਅਸੀਂ ਤਾਂ ਅਰਦਾਸ ਹੀ ਕਰ ਰਹੇ ਆ। ਮੀਂਹ ਰੱਬ ਦਾ ਕੀ ਪਤਾ ਪਾਉਂਦਾ ਕਿ ਨਹੀਂ ਪਾਉਂਦਾ, ਆਖੋ ਸਤਨਾਮ। ਤੇ ਫਕੀਰ ਕਹਿਣ ਲੱਗਾ ਤੁਹਾਡੇ ਅੰਦਰ ਸ਼ਰਧਾ ਹੀ ਨਹੀਂ ਹੈ ਰੱਬ ਪ੍ਰਤੀ, ਰੱਬ ਤੋਂ ਮੀਂਹ ਭਾਲਦੇ ਹੋ, ਸ਼ਰਧਾ ਭਾਵਨਾ ਤੁਹਾਡੇ ਅੰਦਰ ਨਹੀਂ ਹੈ। ਇਸ ਕਰਕੇ ਭਾਈ ਜਿਹੜੇ ਸ਼ਰਧਾ ਧਾਰ ਕੇ ਗੁਰੂ ਦਰਬਾਰ ਵਿੱਚ ਆਉਂਦੇ ਨੇ, ਉਹਨਾਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ। ਜਿਵੇਂ ਭਾਈ ਹਰਭਜਨਦੀਪ ਸਿੰਘ ਦੀ ਇੱਛਾ ਪੂਰੀ ਹੋਈ ਹੈ, ਉਸ ਤਰ੍ਹਾਂ ਇੱਛਾ ਪੂਰੀਆਂ ਹੁੰਦੀਆਂ ਨੇ। ਤੂੰ ਬਣ ਜਾ ਗੁਰੂ ਦਾ, ਗੁਰੂ ਦਾ ਬਣ ਜਾ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਗੁਰਬਾਣੀ ਦੇ ਅੰਦਰ ਪਾਤਸ਼ਾਹ ਕਹਿੰਦੇ ਨੇ, ਉਹ ਮਨ ਤਾਂ ਵੇਚਦੇ ਗੁਰਾਂ ਦੇ ਕੋਲ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਵੇਚਦੇ ਗੁਰਾਂ ਦੇ ਕੋਲ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਨਾ ਬੋਲੋ ਮਨ ਤਾਂ ਵੇਚਦੇ ਗੁਰਾਂ ਦੇ ਕੋਲ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਦੇ ਕੋਲ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮੇਰੇ ਪਿਆਰੇ ਕਾਰਜ ਤੇਰੇ ਰਾਸ ਹੋਣਗੇ। ਵਾਹ 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 ਵਾਹ, ਕਾਰਜ ਤੇਰੇ ਰਾਸ ਹੋਣਗੇ। ਮਨ ਤਾਂ ਵੇਚਦੇ ਗੁਰਾਂ ਦੇ ਕੋਲ ਆਪਣਾ, ਮਨ ਵੇਚਦੇ ਗੁਰਾਂ ਦੇ ਕੋਲ ਆਪਣਾ। मन विच सतगुर के पास तिस सेवक के कारज रास। जदों मन गुरां नूं वेच दिता फिर तेरे कारज रास हो जाणगे। ते गुरबाणी दे अंदर मेरे पातशाह फरमान करदे ने, ते फिर जिन्हां ने
गुरु घर दा ओट आसरा ले लिया। फिर प्यारिओ महाराज जी फरमान करते ने भगत धन्ना जी, गोपाल तेरा आसरा, जो जन तुमरी भगत करंते तिनके काज सवारता। फिर उन्हां दे काज मालक सवारदा है, जिन्हां ने हरि दा नाम अपने हिरदे दे विच वसाया, गुरबाणी दे बचनां नूं अपने जीवन दे विच लागू कीता। ते जिन्हां ने ओट आसरा ले लिया उन्हां ते फिर कृपा हो जांदी। संत बाबा नंद सिंह जी महापुरख नानकसर वाले स्टेज ते अक्सर अर्ज करिया करते सन, महापुरख गल करिया करते सन कि जिन्हां ने जपजी साहब दी बाणी दा जाप किता ना, गुरु नानक साहब जी ओदी बाह फड़ लेंदे ने, आखो सतनाम। ते फिर उन्हां ते कृपा हो जाती है। जपजी साहब दा पाठ जिन्हां ने किता फिर उन्हां ते कृपा हो जाती। गुरबाणी विच पातशाह कहंदे ने, गुरु नानक फड़ ली बांह जी, हुण डर कादा जी, हुण डर कादा। गुरु नानक फड़ ली बांह जी, हुण डर कादा जी, हुण डर कादा। गुरु नानक फड़ ली बांह जी, हुण डर कादा जी, हुण डर कादा। गुरु नानक फड़ ली बांह जी, हुण डर कादा जी, हुण डर कादा। नानक ने जदों बाह फड़ ली फिर जिंदगी दे विच कोई भै नहीं रह जांदा। गुरबाणी दा बचन ने सतगुरु धन गुरु नानक देव महाराज जपजी साहब दे विच फरमान करदे ने, ना ओ मरहे ना ठागे जाए, जिनकै राम वसै मन माहे। जिन्हां दे हिरदे विच गुरबाणी वस गई, जिन्हां दे हिरदे दे विच गुरबाणी वस गई, फिर उन्हां दा जिंदगी दे विच उधार हो जांदा है। आखो सतनाम। सतगुरु पंचम पातशाह धन गुरु नानक देव महाराज, सतगुरु धन गुरु अर्जन देव महाराज पंचम पातशाह दे दर ते एक मनुख सेठ आया जिस दा नाम भाई बुद्धू। बुद्धू नाम है, उसका काम है व्यापार है। प्यारिओ इट्टां दा काम करदा, इट्टां पाव छोटे छोटे आवे लगाए हुए ने, ते इट्टां दे आवे पाए ने, बड़े मजदूर रखे ने नाल। ते कहंदे एक दिन उसने अपना काम वधाया, एक दिन बहुत वड्डा आवा लाया, भाव पट्ठा जदों लाया और पट्ठा लगा के धन गुरु अर्जन देव महाराज जी दे चरनां विच जाके बेनती की कि महाराज कृपा करो, तुहाडी कृपा दा सदका मैं बहुत वड्डा आवा लगाया है। महाराज कृपा करो, मेहर कर दो,
सतगुरु जी रहमत बख्शिश कर दो भी मेरियां इट्टां दा आवा पक्का निकले, पक्का। जदों गुरु महाराज जी कोले बेनती कीती, सतगुरु धन गुरु अर्जन देव महाराज जी कहन लगे, प्यारिया अपने घर विच संगतां दे चरण पवा, क्योंकि विच संगत हर प्रभ वसै जीओ। संगतां दे विच कहंदे रब दा वासा हुंदा, रब दा। संगतां दे विच कहंदे तारा रानी होई, तारा रानी ਉਹ ਰਾਜੇ ਦੇ ਨਾਲ ਉਹਦਾ ਵਿਆਹ ਹੋ ਗਿਆ ਤੇ ਪਰ ਪੇਕਿਆਂ ਵੱਲੋਂ ਗੁੜਤੀ ਜਿਹੜੀ ਮਿਲੀ ਸੀ, ਜਿਹੜੀ ਪੇਕਿਆਂ ਵੱਲੋਂ ਗੁੜਤੀ ਮਿਲੀ, ਉਹ ਨਾਮ ਜਪਣ ਦੀ ਮਿਲੀ। ਤੇ ਰਾਜੇ ਗੁਰਮੁਖ ਪਿਆਰਿਓ, ਪਤਾ ਹੀ ਤੁਹਾਨੂੰ ਪੁਰਾਣੇ ਸਮਿਆਂ ਦੇ ਜਿਹੜੇ ਹਾਲਾਤ ਸੀ, ਰਾਜੇ ਤਾਂ ਅੱਜ ਦੇ ਨਹੀਂ ਮਾਣ, ਉਹ ਸਮਾਂ ਤਾਂ ਬਹੁਤ ਦੂਰ ਲੰਘ ਗਿਆ। ਔਰ ਪਿਆਰਿਓ ਜਿਹੜੀ ਰਾਣੀ ਸੀ, ਤਾਰਾ ਰਾਣੀ ਨਾਮ ਹੈ, ਜ਼ਿਕਰ ਹੁੰਦਾ ਇਤਿਹਾਸ ਵਿੱਚ। ਤੇ ਆਖਦੇ ਨੇ ਰਾਜੇ ਦੇ ਨਾਲ ਜਦੋਂ ਵਿਆਹ ਹੋਇਆ ਤੇ ਸੰਗਤ ਤੋਂ ਬਗੈਰ ਕਹਿੰਦੀ ਮੈਂ ਬਚ ਨਹੀਂ ਸਕਦੀ, ਸੰਗਤ ਤੋਂ ਬਗੈਰ, ਭਾਵ ਗੁਰਬਾਣੀ ਤੋਂ ਬਗੈਰ, ਕਥਾ ਤੋਂ ਬਗੈਰ ਮੈਂ ਬਚ ਨਹੀਂ ਸਕਦੀ। ਔਰ ਆਖਦੇ ਨੇ ਸੁਖ ਭਵੇਂ ਸਾਰੇ ਸਨ, ਸੁਖ ਸੀ, ਐਸ਼ੋ ਆਰਾਮ ਸੀ, ਵਧੀਆ ਜ਼ਿੰਦਗੀ ਜਿਉਂਦੀ ਸੀ, ਪਰ ਜੀਵਨ ਦੇ ਵਿੱਚ ਸੰਗਤ ਨਾ ਹੋਣ ਕਰਕੇ ਉਹਦਾ ਮਨ ਦੁਖੀ ਰਹਿੰਦਾ ਸੀ। ਪਿਆਰਿਓ, ਜਦੋਂ ਮਨ ਦੁਖੀ ਰਹਿਣਾ ਤੇ ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕੁੰਜੀ ਉਹ ਫਰਮਾਨ ਕਰਦੇ ਨੇ, ਕਹਿੰਦੇ ਸੁਖ ਰਾਜੇ ਹਰੀ ਚੰਦ ਘਰ। ਹਰੀ ਚੰਦ ਰਾਜਾ ਸੀ, ਉਸ ਦੇ ਘਰ ਭਵੇਂ ਸਾਰੇ ਸੁਖ ਸਨ। ਸੁਖ ਰਾਜੇ ਹਰੀ ਚੰਦ ਘਰ, ਨਾਰ ਸੋ ਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਜਾਵੰਦੀ ਰਾਤੀ ਜਾਏ, ਸੁਣੇ ਗੁਰਬਾਣੀ। ਤੇ ਆਖਦੇ ਰਾਜੇ ਤੋਂ ਲੁਕ ਕੇ, ਰਾਜੇ ਤੋਂ ਚੋਰੀ, ਰਾਣੀ ਕਹਿੰਦੇ ਰੋਜ਼ ਹੀ ਸੰਗਤ ਵਿੱਚ ਜਾਂਦੀ ਹੈ। ਸੰਗਤ ਵਿੱਚ ਕਈ ਵਾਰੀ ਹੁੰਦੇ ਨੇ ਹਾਲਾਤ ਜਿਹੜੇ ਹੁੰਦੇ ਨੇ, ਕਈਆਂ ਦਾ ਮਨ ਕਰਦਾ ਵੀ ਗੁਰੂ ਘਰ ਜਾਈਏ, ਪਰ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ, ਕਈ ਰੋਕਣ ਵਾਲੇ ਵੀ ਹੁੰਦੇ ਨੇ ਕਿ ਗੁਰੂ ਘਰ ਜਾਣ ਦਾ ਫਾਇਦਾ ਕੀ ਹੈ, ਗੁਰੂ ਘਰ ਜਾ ਕੇ ਤੂੰ ਕੁਝ ਹਾਸਲ ਨਹੀਂ ਕਰ ਸਕਦਾ। ਇਹ ਅੱਜ ਕੱਲ ਦੇ ਲੋਕ ਗੱਲਾਂ ਕਰਦੇ ਨੇ, ਪਰ ਸੁਣਿਓ ਪਿਆਰਿਓ, ਆਖਦੇ ਨੇ ਰਾਤ ਨੂੰ ਰੋਜ਼ ਆਪਣੇ ਨਿਤ ਨੇਮ ਅਨੁਸਾਰ 2 ਵਜੇ ਉੱਠਦੀ ਹੈ, ਇਸ਼ਨਾਨ ਪਾਨ ਕਰਦੀ ਹੈ। ਇਸ਼ਨਾਨ ਪਾਨ ਕਰਕੇ ਧੋਤੇ ਹੋਏ ਸਾਦੇ ਬਸਤਰ ਪਾ ਕੇ ਤੇ ਜਿੱਥੇ ਸੰਗਤ ਹੁੰਦੀ ਹੈ, ਸੰਗਤ ਵਿੱਚ ਜਾ ਕੇ ਹਾਜ਼ਰੀ ਭਰਦੀ। ਆਖੋ ਸਤਨਾਮ। ਰਾਤੀ ਜਾਏ ਸੁਣੇ ਗੁਰਬਾਣੀ, ਗੁਰਬਾਣੀ ਸੁਣਦੀ ਜਾ ਕੇ। ਤੇ ਫਿਰ ਕਹਿੰਦੇ ਇੱਕ ਦਿਨ ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨਿਖੰਡ, ਰਿਹਾਨੀ ਰਾਣੀ ਦਿਸ ਨਾ ਆਵਈ, ਮਨ ਵਿੱਚ ਵਰਤ ਗਈ ਹੈਰਾਨੀ। ਇੱਕ ਦਿਨ ਰਾਜਾ ਉੱਠਿਆ, ਅੱਖ ਖੁੱਲੀ, ਵੇਖਿਆ ਬੈਡਾਂ ਤੇ ਰਾਣੀ ਨਹੀਂ ਹੈ। ਰਾਣੀ ਕਿੱਧਰ ਗਈ? ਮਨ ਵਿੱਚ ਸ਼ੰਕਾ ਪੈਦਾ ਹੋਇਆ, ਸ਼ੱਕ ਪੈਦਾ ਹੋਇਆ, ਰਾਣੀ ਕਿੱਥੇ ਚਲੀ ਗਈ? ਫਿਰ ਕਹਿੰਦੇ ਹੋਰ ਤਾਂ ਰਾਤੀ ਉੱਠ ਕੇ ਜਿਸ ਦਿਨ ਦੇਖਿਆ ਉਸ ਦਿਨ ਕੁਝ ਨਹੀਂ ਕਿਹਾ। ਫਿਰ ਕਹਿੰਦੇ ਦੂਜਾ ਦਿਨ ਹੋਇਆ, ਰਾਜਾ ਝੂਠੀ ਮੁੱਠੀ ਦਾ ਸੌਂ ਗਿਆ। ਹੋਰ ਤਾਂ ਰਾਤੀ ਉੱਠ ਕੇ ਚੱਲਿਆ ਪਿੱਛੇ ਕਰਨ ਜਵਾਨੀ, ਤੇ ਆਖਦੇ ਜਿਹੜਾ ਰਾਜਾ ਸੀ ਝੂਠੀ ਮੁੱਠੀ ਦਾ ਸੁੱਤਾ ਪਿਆ। ਰਾਣੀ ਨਿਤਨੇਮ ਅਨੁਸਾਰ ਉੱਠੀ, ਉੱਠ ਕੇ ਸੰਗਤ ਵਿੱਚ ਗਈ ਤੇ ਪਿਆਰਿਓ ਰਾਜਾ ਪਿੱਛੇ ਪਿੱਛੇ ਹੀ ਉਸ ਦੇ ਚਲਾ ਗਿਆ।
फिर भाई गुरदास जी कहते राणी पहुंची संगती, जदों राणी संगत विच पहुंची इन्हें ये गल सोची माड़ी जगह ते तां नहीं आई, माड़ी जगह ते नहीं आई, पर दुख इस गल दा मेरे नाल गल नहीं कीती, मैनू दसिया नहीं। ते फिर कहंदे राणी पहुंची संगती, राजा खड़ी खड़ाओ निशानी। आखदे राजे ने ना अपनी राणी नू खड़ावां गिफ्ट कीतियां सन, खड़ावां दो बना के दित्तियां सन, जेड़ी खड़ाव नू कहंदे हीरे जवाहरात लगे हुए सन, जिहड़ी जुत्ती नू हीरे जवाहरात लगे सन। कहंदे 6 महीने हो गए कारीगर नू, 6 महीने च एक खड़ाव तैयार हुई सी। ते कहंदे राजा ना संगत विच गया, संगत विच जाके खड़ाव लैके आ गया चक के। आखो सतनाम। खड़ाम लैके आया। बहुता संगतां विच प्यारिओ ऐ ही हुंदा, किते समागम हो रहा ते कुछ शरारती जांदे ने संगत दे विच जांदे ने, जिवें गुरु घर कोई समागम है, कोई गुरमुख प्यारिओ प्रोग्राम है ते संगत विच जांदे ने। कई तां जिहड़ा जोड़ा आप पा के जांदे ने पुराना, ਉਹ ਉਤਾਰ ਆਉਂਦੇ ਨੇ, ਨਵਾਂ ਚੱਕ ਲਿਆਉਂਦੇ ਨੇ। ਆਖੋ ਸਤਨਾਮ। ਤੇ ਫਿਰ ਮਾਰ ਵੀ ਜੋੜਿਆਂ ਦੀ ਪੈਂਦੀ ਹੈ, ਜੁੱਤੀਆਂ ਦੀ ਮਾਰ ਹੀ ਪੈਂਦੀ ਹੈ। ਤੇ ਕਹਿੰਦੇ ਰਾਜੇ ਨੇ ਖੜਾਮ ਚੱਕ ਲਈ ਇੱਕ, ਤੇ ਕਹਿੰਦੇ ਜਦੋਂ ਖੜਾਮ ਚੱਕੀ ਮਹਿਲਾਂ ਵਿੱਚ ਵਾਪਸ ਆਇਆ। ਮੈਂ ਸੰਖੇਪ ਬੇਨਤੀ ਕਰਨੀ ਹੈ। ਜਦੋਂ ਮਹਿਲਾਂ ਵਿੱਚ ਵਾਪਸ ਆਇਆ, ਉਧਰੋਂ ਭੋਗ ਪਿਆ, समाप्ति हुई, रानी बाहर आई ते देखिया एक खड़ाम है ते एक है नहीं। आखो सतनाम। एक है नहीं, दुखी हो रही है। सारियां संगतां पुछ रही ने भी रानी की गल हो गई। आखन लगी खड़ावां 2 सन ते एक कोई लै गया है। ते आखन लगी मैनू इस गल का दुख नहीं, मेरी खड़ाम चोरी हो गई है। इस गल का दुख नहीं, मैनू दुख इस गल दा, इस गल का दुख है कि राजे नू पता लग जाना है। जे राजे ने पूछया खड़ाम कित्थे है, मैनू दसना पएगा भी मैं संगत विच गई, संगत च कोई चुक के लै गया। ते आखण लगी दुख इस गल का नहीं भी खड़ाम चोरी हो गई, दुख इस गल का है राजे ने मेरा संगत विच आउणा बंद कर देना। आखो सतनाम। रानी पहुंची संगती, राजा खड़ी खड़ो निशानी। फिर कहंदे संगत ने मिल के ना अरदास कीती। जदों संगत ने महापुरखां दे समेत अरदास कीती, साध संगत राधेया जोड़ी जुड़ी खड़ाम प्राणी। ते कहंदे जदों संगत विच मिल के बेनती कीती ते उस टाइम हूबहू ओहो जी खड़ाम उत्थे हाजिर हो गई। ओहो जी खड़ाम। जल बंद कर दो, अजे जिन्हें छकना होएगा बाहर छक लैणगे। ध्यान टुटदा है, बिरती जुड़ी हुई है। सारे गुरबाणी दी कथा वाल ध्यान जोड़ के बैठे हुए ने। माड़ी जी हिलजुल होंदी है, ध्यान टुट जांदा है। ते गुरमुख प्यारिओ जिहड़ी खड़ाम सी, ते कहंदे जदों संगत ने मिल के अरदास कीती, हूबहू ओहदे नाल दी खड़ाम उत्थे पई है। जदों राणी गई महलां विच, राजे ने पुछया राणीए तेरी खड़ाम कित्थे है? बाकी गल बाद विच। सब तो पहला खड़ाम पुछी जदों राजे नूं वखाइयां पैरां च पाइयां होइयां ने दोनों। ते गुरमुखो राजा हैरान हो गया, मूंह विच घुंगणियां पै गईयां उहदे, ते कुछ बोल ना सकिया। ते प्यारिओ जाके अलमारी खोली, तीजी खड़ाम लैके आ गया। आखण लगा राणी मैं ये नहीं पुछदा संगत च तू गई सी, मैं तेरा पिछा किता, आ खड़ाम मैं लैके आ गया।
मैं ये नहीं पूछना संगत च क्यों गई है, मैं ये गल पूछनी है आ एक खड़ाम तैयार करन लगिया 6 महीने लग गए, 6 महीने लग गए। आ जेड़ी खड़ाम तेरी 2 मिनटां च तैयार कर दिती, कारीगर मिस्त्री किथे रहिंदा है? ओ मैनू मिस्त्री दस किथे रहिंदा है? आखण लगी ओ मिस्त्री है ना जेड़ा, ओ तां संगतां दे विच वसदा है। आखो सतनाम, संगतां दे विच वसदा है। आखिया सी ओ जिन्ने तेरी ए खड़ाम बनाई, किथे रहिंदा तारा राणीए, तेरी ए खड़ाम बनाई, ओ किथे रहिंदा तारा राणीए। गुरमुख प्यारिओ, जेड़ी तारा रानी वो राजे हरिचंद नू जवाब दे दी है, जिन्ने मेरी एक खड़ाम बनाई, वो संगतां दे विच वसदा, जिन्ने मेरी खड़ाम बनाई, वो संगतां दे विच वसदा। संगतां दे विच वसदा है, क्योंकि संगत दी कीती अरदास करदे व्यर्थी नहीं जांदी। आखो सतनाम। ते गुरमुख प्यारिओ कहंदे बुद्धू, जेड़ा भाई बुद्धू, ओनू महाराज ने आखिया ओ तेरियां इट्टां पक्कियां तां निकलणगियां जे अपने घर विच संगतां दे चरण पवाएगा। पर ध्यान रखी इस गल का, तेरे घर चो कोई खाली नहीं मुड़ना चाहिए। हर एक नूं भोजन छका के भेजना है। ते प्यारिओ सत वचन कह के जाके अपने घर संगतां दे चरण पवाए। ते कहंदे जदों संगतां नूं प्रसादा छकारिया ते बाहर कहंदे भाई कमलिया, जेड़ा भाई लखू धाड़वी सही किसे टाइम ते ठग सी। संगतां ने कई बारी इतिहास सरवण कीता है लखू धाड़वी दा। ते लखू धाड़वी सी जेड़ा ओ नाम जप जप के धन गुरु अर्जन देव महाराज दा ही रूप हो गया सी। मस्ती विच रहिंदा है, जपजी साहब दी बाणी रोज पढ़दा है। ते कहंदे बुद्धू शाह दे घर विचों जदों पता लगा कि प्रसादा छकाया जा रहा, भाई कमलिया गया होका दिता, और रब दे प्यारिया मैनू भी भोजन छका दे। ते कहंदे बुद्धू ने ना, बुद्धू ने धक्के मार के घरों बाहर कढ़ दिता। आखो सतनाम। जदों बाहर कढ़िया आखण लगा ये प्रसादा गुरु दियां संगतां वास्ते है, प्रसादा गुरु दियां संगतां वास्ते है, ये तेरे वर्गे मंगते भखारियां वास्ते नहीं। प्यारिओ गलत फहमी ना अपने अंदर यही रह जाती है। ते कहंदे रजे नूं रजोना सेवा नहीं होंदी। आ शहीदी गुरपुरब आउंदे ने
ਜਿਹੜੇ ਪੋਹ ਦੇ ਮਹੀਨੇ ਦੇ ਵਿੱਚ ਤੇ ਪਿਆਰਿਓ ਬ੍ਰੈਡ ਪਕੌੜਿਆਂ ਦੇ ਲੰਗਰ ਲੱਗਦੇ ਨੇ। ਤੇ ਪਿਆਰਿਓ ਇੱਕ ਗੱਲ ਨੋਟ ਕਰਿਓ, ਜਿਹੜਾ ਬੰਦਾ ਘਰ ਚੋਂ ਆਪਣੀ 8 ਲੱਖ ਦੀ ਗੱਡੀ ਵਿੱਚ ਬੈਠ ਕੇ ਕਿਤੇ ਜਾ ਰਿਹਾ, ਘਰੋਂ ਭੁੱਖਾ ਥੋੜਾ ਆਇਆ ਹੋਏਗਾ। ਉਹ ਤਾਂ ਗੁਰਮੁਖੋ ਪਰੌਂਠੇ ਖਾ ਕੇ ਆਇਆ ਹੋਣਾ। ਤੇ ਪਿਆਰਿਓ ਜਿਹੜੇ ਆਪਣੇ ਲੋਕ ਨੇ ਨਾ, ਜਿਹੜੇ ਆਪਣੇ ਲੋਕ ਨੇ ਸਭਾ ਤੇ ਰੱਜੇ ਨੂੰ ਰਜਾਉਣਗੇ, ਰੱਜੇ ਨੂੰ ਆਖਣਗੇ ਖਾ ਲੈ ਪਕੌੜੇ। ਉਹ ਕਹਿੰਦਾ ਮੈਂ ਭਰਾ ਰੱਜ ਕੇ ਆਇਆ, ਮੈਨੂੰ ਭੁੱਖ ਨਹੀਂ ਤੂੰ ਖਾ, ਤੂੰ ਛਕ। ਰੱਜੇ ਨੂੰ ਰਜਾਉਣਾ ਸੇਵਾ ਨਹੀਂ ਪਿਆਰਿਓ, ਇਹ ਗੱਲ ਨੋਟ ਰੱਖਿਓ। ਆਪਾਂ ਕਹਿੰਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਗੁਰੂ ਕੀ ਗੋਲਕ। ਤੇ ਅੱਜ ਕੱਲ ਬੜੇ ਦੁੱਖ ਦੀ ਗੱਲ ਹੈ ਪਿਆਰਿਓ, ਸੰਸਾਰ ਤੇ ਨਾ ਗੋਲਕਾਂ ਤੇ ਕਬਜ਼ਾ ਕਰਕੇ ਬੈਠੇ ਨੇ ਸ਼ਕੌਏ ਨਹੀਂ ਹੁੰਦੇ, ਜਿਹੜੇ ਗੁਰੂ ਘਰ ਕਦੇ ਨਹੀਂ ਵੜਦੇ, ਪਰ ਮਹੀਨੇ ਬਾਅਦ ਜ਼ਰੂਰ ਜਾਂਦੇ ਨੇ। ਕਦੋਂ? ਜਦੋਂ ਗੋਲਕ ਖੁੱਲਣੀ ਹੁੰਦੀ ਆ। ਆਖੋ ਸਤਨਾਮ। ਜਦੋਂ ਗੋਲਕ ਖੁੱਲਣੀ ਹੁੰਦੀ। ਦੁਨੀਆ ਦੀ ਰੀਤ ਹੈ ਆ ਵੱਡੇ ਵੱਡੇ ਸਥਾਨਾਂ ਤੇ ਪਿਆਰਿਓ, ਮੈਂ ਇੱਕ ਗੱਲ ਕਰਦਾ ਹੁੰਨਾ, ਆਪਣੇ ਨਗਰ ਵਿੱਚ ਗੁਰੂ ਘਰ ਹੈ, ਉਹੀ ਗੁਰੂ ਗ੍ਰੰਥ ਸਾਹਿਬ ਇੱਥੇ ਹੈ, ਉਹੀ ਗੁਰੂ ਗ੍ਰੰਥ ਸਾਹਿਬ ਹਰਮੰਦਰ ਸਾਹਿਬ ਹੈ, ਉਹੀ ਗੁਰੂ ਗ੍ਰੰਥ ਸਾਹਿਬ ਪਟਿਆਲੇ ਹੈ, ਦੁਖਨਿਵਾਰਨ ਸਾਹਿਬ ਹੈ। ਉੱਥੇ ਵੀ ਗ੍ਰੰਥੀ ਹੈ, ਇੱਥੇ ਵੀ ਗ੍ਰੰਥੀ ਹੈ। ਉੱਥੇ ਵੀ ਪ੍ਰਕਾਸ਼ ਹੁੰਦਾ, ਇੱਥੇ ਵੀ ਹੁੰਦਾ। ਉੱਥੇ ਵੀ ਸੁਖਾਸਨ ਸਾਹਿਬ ਹੁੰਦਾ ਤੇ ਇੱਥੇ ਵੀ ਸੁਖਾਸਨ ਸਾਹਿਬ ਹੁੰਦਾ। ਤੇ ਆਪਾਂ ਜੁੜੇ ਕਿਹਦੇ ਨਾਲ? ਜਗ੍ਹਾ ਨਾਲ ਜੁੜ ਗਏ, ਪਰ ਗੁਰੂ ਨਾਲ ਨਹੀਂ ਜੁੜੇ ਪਏ। ਜਗ੍ਹਾ ਨਾਲ ਜੁੜ ਗਏ। ਗੱਲਾਂ ਸੱਚੀਆਂ ਨੇ ਪਿਆਰਿਓ, ਗੋਡੇ ਗਿੱਟੇ ਲੱਗਣਗੀਆਂ, ਹੈ ਸੱਚੀਆਂ ਨੇ। ਮੇਰੀ ਆਦਤ ਹੈ ਸੱਚ ਹੈ ਤੇ ਸੱਚ ਹੈ ਪਿਆਰਿਓ, ਬੋਲ ਦੇਣਾ ਹੈ। ਤੇ ਗੁਰਮੁਖ ਪਿਆਰਿਓ ਪਿੰਡ ਦੇ ਗੁਰੂ ਕੋਲੇ ਨਹੀਂ ਜਾ ਸਕਦੇ। ਜਿਹੜਾ ਪਿੰਡ 'ਚ ਗੁਰੂ ਘਰ ਹੈ ਉੱਥੇ ਵੜਨ ਦਾ ਹੁਕਮ ਨਹੀਂ। ਤੇ ਇਹ ਗੱਲ ਕਹਿ ਦਈਦਾ, ਹੋਰ ਇਤਿਹਾਸਕ ਸਥਾਨ ਤੇ ਜਾ ਕੇ 11,000 ਗੋਲਕ 'ਚ ਪਾ ਆਉਣਗੇ, ਤੇ ਉਹ 11,000 ਜਾਂਦਾ ਕਿੱਥੇ? ਕਦੇ ਸੋਚੀ ਇਸ ਗੱਲ? ਇਹ ਗੱਲ ਕਦੇ ਸੋਚੀ ਹੈ ਵੀ ਜਿਹੜਾ 11,000 ਗੋਲਕ ਦੇ ਵਿੱਚ ਪਾਇਆ ਜਾਂਦਾ ਕਿੱਥੇ ਹੈ? ਉਹ ਜਿਹੜੇ ਵੱਡੇ ਵੱਡੇ ਕਬਜ਼ਾ ਕਰਕੇ ਬੈਠੇ ਨੇ ਨਾ, ਉਹਨਾਂ ਦੀਆਂ ਜੇਬਾਂ 'ਚ ਜਾਂਦਾ ਹੈ। ਆਖੋ ਸਤਨਾਮ। ਤੇ ਕਹਿੰਦੇ ਇੱਕ ਗਰੀਬ ਵਿਚਾਰਾ ਨਾ ਆਖਣ ਲੱਗੇ 50 ਰੁਪਏ ਦਾ ਨਾ ਮੱਥਾ, ਮਾਫ ਕਰਿਓ, ਆਖਣ ਲੱਗੇ ਬਾਦਲ ਦੀ ਕੋਠੀ ਦੇ ਅੱਗੇ ਮੱਥਾ ਟੇਕਣ ਲੱਗ ਗਿਆ। ਉਹ ਆਖਿਆ ਕਿਸੇ ਨੇ, ਉਹ ਮੂਰਖਾ, ਗੁਰਦੁਆਰੇ ਜਾ ਕੇ ਮੱਥਾ ਟੇਕ, ਆ 50 ਰੁਪਏ ਤੂੰ ਆ ਇੱਟਾਂ ਅੱਗੇ ਰੱਖੀ ਜਾਂਦਾ। ਆਖਣ ਲੱਗਾ ਗੁਰੂ ਘਰੋਂ ਵੀ ਤਾਂ ਇੱਥੇ ਹੀ ਆ ਜਾਣੇ ਨੇ। ਆਖੋ ਸਤਨਾਮ। ਗੁਰੂ ਘਰੋਂ ਵੀ ਇੱਥੇ ਹੀ ਆ ਜਾਣੇ ਨੇ। ਸਭ ਇਕੱਠੇ ਕਰਨ ਲੱਗੇ ਹੋਏ ਨੇ। ਸਭ ਨੇ ਆਪਣੇ ਬੱਚੇ ਬਾਹਰ ਵਿਦੇਸ਼ਾਂ ਦੇ ਵਿੱਚ ਸੈਟਲ ਕਰ ਲਏ, ਸਭ ਕਰ ਲਏ ਪਿਆਰਿਓ। ਤੇ ਆਪਣੇ ਵਰਗੇ ਬੁੱਧੂ ਬਣੇ ਹੋਏ ਨੇ ਲੋਕ। ਆਪਣੇ ਗੁਰੂ ਘਰ ਸੇਵਾ ਨਹੀਂ ਕਰ ਸਕਦੇ, ਪਰ ਹੋਰ ਪਾਸੇ ਅੱਗੇ ਹੋ ਕੇ ਕਰਨਗੇ। ਪਿਆਰਿਓ ਇੱਕ ਗੱਲ ਨੋਟ ਕਰਿਓ, ਜੇਬ ਚੋਂ ਪੈਸਾ ਕੱਢਣ ਲੱਗਿਆ ਇਹ ਗੱਲ ਸੋਚ ਲਿਆ ਕਰੋ ਕਿ ਪੈਸਾ ਜਾ ਕਿੱਥੇ ਰਿਹਾ ਹੈ। ਕਿਸੇ ਚੰਗੀ ਜਗ੍ਹਾ ਤੇ ਜਾ ਰਹੇ ਹੈ, ਕਿਸੇ ਗਰੀਬ ਦਾ ਭਲਾ ਹੋ ਰਿਹਾ ਪਿਆਰਿਓ। ਗੁਰਮੁਖ ਪਿਆਰਿਓ, ਅੰਮ੍ਰਿਤਸਰ ਸਾਹਿਬ ਆਮਦਨ ਇਤਨੀ ਹੈ, ਜੇਕਰ ਗਰੀਬਾਂ ਦੀ ਪੜ੍ਹਾਈ ਫ੍ਰੀ ਦੇ ਵਿੱਚ ਬੱਚਿਆਂ ਦੀ ਕਰਾਣ ਤਾਂ ਵੀ ਮਾਇਆ ਨਾ ਮੁੱਕੇ, ਮਾਇਆ ਨਾ ਮੁੱਕੇ। ਤੇ ਗੁਰਮੁਖ ਪਿਆਰਿਓ, ਮੈਨੂੰ ਕਿਸੇ ਨੇ ਪਿੱਛੇ ਜੇ ਦੱਸਿਆ ਸੀ, ਆ ਜਿਹੜੇ ਈਸੂ ਮੂਸੂ ਵਾਲੇ ਹੁੰਦੇ ਨੇ, ਕਹਿੰਦੇ ਇਹ ਆਖਦੇ ਨੇ ਸਾਡੇ ਧਰਮ 'ਚ ਆ ਜਾਓ, ਬੱਚਿਆਂ ਦੀ ਪੜ੍ਹਾਈ ਫ੍ਰੀ 'ਚ, ਖਾਣਾ ਪੀਣਾ ਫ੍ਰੀ 'ਚ, ਸਾਡੇ ਧਰਮ 'ਚ ਆ ਦੋ। ਤੇ ਆਪਣੇ ਇੰਨਾ ਨਹੀਂ ਕਰ ਸਕਦੇ ਵੀ ਗਰੀਬਾਂ ਵਾਸਤੇ ਸਕੂਲ ਹੀ ਖੋਲ ਦੋ। ਉਹ ਆਪਣੇ ਧਰਮ ਦੀ ਖਾਤਰ ਇੰਨਾ ਕੁਝ ਕਰ ਰਹੇ ਨੇ, ਆਪਾਂ ਆਪਣੀ ਧਰਮ ਦੀ ਖਾਤਰ ਇਹ ਕੁਝ ਨਹੀਂ ਕਰ ਸਕਦੇ। ਕੀ ਇੱਕ ਸਕੂਲ ਹੀ ਖੋਲ ਦਈਏ ਬੱਚਿਆਂ ਦੇ ਵਾਸਤੇ,
ਵਿਚਾਰ ਅੱਗੇ ਚਲੀ ਜਾਂਦੀ ਹੈ। ਔਰ ਗੁਰਮੁਖ ਪਿਆਰਿਓ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਤੂੰ ਵੇਖ ਲੈ, ਪਿੰਡ ਦੇ ਵਿੱਚ ਕੋਈ ਗਰੀਬ ਲੜਕੀ ਹੈ, ਉਸ ਦਾ ਵਿਆਹ ਕਰਦੇ ਹੈਲਪ ਹੋ ਜਾਏਗੀ। ਕਿਸੇ ਕੋਲ ਦਵਾਈ ਲੈਣ ਵਾਸਤੇ ਮਾਇਆ ਨਹੀਂ ਕੋਲੇ, ਉਸ ਦੀ ਹੈਲਪ ਕਰਦੇ, ਉਹ ਗੁਰੂ ਨੂੰ ਪ੍ਰਵਾਨ ਹੋ ਜਾਏਗਾ। ਕਿਸੇ ਗਰੀਬ ਕੋਲ ਵਸਤਰ ਨਹੀਂ, ਉਸ ਗਰੀਬ ਨੂੰ ਵਸਤਰ ਲੈ ਦੇ, ਗੁਰੂ ਤੱਕ ਤੇਰਾ ਰੁਮਾਲਾ ਪਹੁੰਚ ਜਾਏਗਾ, ਰੁਮਾਲਾ ਪਹੁੰਚ ਜਾਏਗਾ। ਪਰ ਗਰੀਬ ਦੀ ਹੈਲਪ ਕਰ। ਤੇ ਕਹਿੰਦੇ ਬੁੱਧੂ ਨੇ ਨਾ ਗਰੀਬ ਸਮਝ ਕੇ ਕਹਿੰਦੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਜਦੋਂ ਸੰਗਤ ਨੇ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕ ਕੇ ਸੰਗਤ ਅਰਦਾਸ ਕਰਦੀ ਹੈ, ਮਹਾਰਾਜ ਬੁੱਧੂ ਨੇ, ਮਹਾਰਾਜ ਤੇਰੀਆਂ ਸੰਗਤਾਂ ਨੂੰ ਘਰ ਚ ਬੁਲਾ ਕੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ, ਕਿਰਪਾ ਕਰੋ ਬੁੱਧੂ ਦਾ ਆਵਾ ਪੱਕਾ ਨਿਕਲੇ। ਤੇ ਬਾਹਰੋਂ ਆਵਾਜ਼, ਪਤਾ ਬਾਹਰੋਂ ਆਵਾਜ਼ ਕਿਹੜੀ ਆਈ? ਆਵਾਜ਼ ਆਈ ਸੀ ਪਿਆਰਿਓ, ਉਹ ਕੱਚਾ ਰਹੂਗਾ ਬੁੱਧੂ ਤੇਰਾ ਆਵਾ, ਉਹ ਫਕਰਾਂ ਦੀ ਹਾਂ ਮਾਰ ਦੂੰ, ਕੱਚਾ ਰਹੂਗਾ ਬੁੱਧੂ ਤੇਰਾ ਆਵਾ, ਫਕਰਾਂ ਦੀ ਹਾਂ ਮਾਰ ਦੂੰ। ਗੁਰਮੁਖ ਪਿਆਰਿਓ, ਬਾਹਰੋਂ ਆਵਾਜ਼ ਮਾਰਦਾ, ਆਖਦਾ ਫਕਰਾਂ ਦੀ ਹਾਂ ਮਾਰ ਗਈ, ਜਿਹੜਾ ਤੇਰਾ ਆਵਾ ਪਾਇਆ ਕੱਚਾ ਨਿਕਲੇਗਾ। ਕਿਉਂ? ਭਾਵੇਂ ਚੰਦਰਮਾ ਨਾ ਸੋ ਹੋ ਜਾਵੇ, ਉਹ ਸਾਧੂਆਂ ਦਾ ਬੋਲ ਨਾ ਟਲੇ, ਭਾਵੇਂ ਚੰਦਰਮਾ ਨਾ ਸੋ ਹੋ ਜਾਵੇ, ਉਹ ਸਾਧੂਆਂ ਦਾ ਬੋਲ ਨਾ ਟਲੇ। ਪਿਆਰਿਓ, ਫਕਰ ਫਕੀਰ ਕਹਿ ਰਿਹਾ, ਭਾਵੇਂ ਚੰਦਰਮਾ ਨਾਸ ਹੋ ਜਾਵੇ ਪਰ ਸਾਧੂਆਂ ਦਾ ਕਦੇ ਬੋਲ ਨਹੀਂ ਟਲਦਾ। ਇਹ ਤਾਂ ਰੱਬ ਨੂੰ ਵੀ ਮੰਨਣਾ ਪੈ ਜਾਂਦਾ। ਕੀਤਾ ਅਰਦਾਸਾ ਸੰਤਾਂ ਦਾ, ਜੰਗਲਾਂ ਵਿੱਚ ਮੰਗਲ ਲੱਗ ਜਾਂਦੇ, ਜਿੱਥੇ ਹੋ ਜੇ ਵਾਸਾ ਸੰਤਾਂ ਦਾ, ਉੱਥੇ ਤਾਂ ਜੰਗਲਾਂ 'ਚ ਮੰਗਲ ਲੱਗ ਜਾਂਦੇ ਨੇ। ਔਰ ਗੁਰਮੁਖ ਪਿਆਰਿਓ ਭੱਜਾ ਗਿਆ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲੇ। ਮਹਾਰਾਜ ਤੁਸੀਂ ਕਿਹਾ ਸੀ ਸੰਗਤਾਂ ਦੇ ਘਰ 'ਚ ਚਰਨ ਪਵਾਇਓ, ਆਵਾ ਪੱਕਾ ਨਿਕਲੇਗਾ। ਜਦੋਂ ਆਵਾ ਖੋਲਿਆ ਭਾਈ ਬੁੱਧੂ ਨੇ ਤੇ ਪੱਕੀਆਂ ਇੱਟਾਂ ਦਾ ਆਵਾ, ਗੁਰਮੁਖੋ ਕੱਚੀਆਂ ਇੱਟਾਂ ਨਿਕਲੀਆਂ, ਕੱਚੀਆਂ ਪੀਲੀਆਂ ਇੱਟਾਂ। ਰੋ ਰਿਹਾ ਧਾਹਾਂ ਮਾਰ ਕੇ ਤੇ ਮਹਾਰਾਜ ਜੀ ਕੋਲੇ ਜਾ ਕੇ ਕਹਿੰਦਾ, ਮਹਾਰਾਜ ਤੁਸੀਂ ਕਿਹਾ ਸੀ ਸੰਗਤਾਂ ਦੇ ਘਰ 'ਚ ਚਰਨ ਪਵਾਇਓ, ਪ੍ਰਸਾਦਾ ਛਕਾਇਓ। ਮਹਾਰਾਜ ਜੀ ਆਵਾ ਤਾਂ ਕੱਚਾ ਨਿਕਲਿਆ। ਮਹਾਰਾਜ ਜੀ ਕਹਿੰਦੇ ਸੰਗਤਾਂ ਨੂੰ ਪ੍ਰਸਾਦਾ ਛਕਾਇਆ ਸੀ? ਕਹਿੰਦਾ ਹਾਂਜੀ। ਮਹਾਰਾਜ ਕਹਿੰਦੇ ਜਦੋਂ ਮੈਂ ਆਇਆ ਸੀ ਮੈਨੂੰ ਤਾਂ ਛਕਾਇਆ ਨਹੀਂ। ਆਖੋ ਸਤਨਾਮ। ਜਦੋਂ ਕਹਿੰਦੇ ਮੈਂ ਆਇਆ ਸੀ, ਮਹਾਰਾਜ ਤੁਸੀਂ ਕਦੋਂ ਆਏ?
ਕਹਿਣ ਲੱਗੇ ਉਹਦੇ ਰੂਪ ਵਿੱਚ ਮੈਂ ਹੀ ਆਇਆ ਸੀ, ਆਖੋ ਸਤਨਾਮ। ਜਿਹੜੇ ਗਰੀਬ ਨੂੰ ਧੱਕੇ ਮਾਰੇ, ਮੈਂ ਤੈਨੂੰ ਕਿਹਾ ਸੀ ਵੀ ਕੋਈ ਖਾਲੀ ਨਹੀਂ ਮੁੜਨਾ ਚਾਹੀਦਾ। ਆਖਣ ਲੱਗਾ ਮਹਾਰਾਜ ਕਿਰਪਾ ਕਰੋ, ਤੇ ਆਖਣ ਲੱਗੇ ਉਸ ਭਾਈ ਕਮਲੀਏ ਦੇ ਆਪਣੇ ਘਰ ਵਿੱਚ ਚਰਨ ਪਵਾ ਕੇ ਉਹਨੂੰ ਪ੍ਰਸ਼ਾਦਾ ਛਕਾ ਕੇ ਉਹਦੇ ਚਰਨਾਂ 'ਚ ਅਰਦਾਸ ਕਰ। ਤੇ ਫਿਰ ਕਹਿੰਦੇ ਤੇਰਾ, ਕਿਉਂਕਿ ਸਾਧੂਆਂ ਦਾ ਬੋਲ ਨਹੀਂ ਕਦੇ ਟਲ ਸਕਦਾ, ਪਰ ਇੱਕ ਗੱਲ ਹੈ, ਤੇਰੀਆਂ ਕੱਚੀਆਂ ਪੀਲੀਆਂ ਇੱਟਾਂ ਨੇ ਪੱਕੀਆਂ ਦੇ ਭਾਅ ਵਿਕਣਗੀਆਂ। ਤੇ ਫਿਰ ਕਹਿੰਦੇ ਜਦੋਂ ਅਰਦਾਸ ਕਰਾਈ, ਘਰ ਵਿੱਚ ਚਰਨ ਪਵਾਏ, ਤੇ ਉਸ ਟਾਈਮ ਭਾਈ ਕਮਲੀਏ ਨੇ ਅਰਦਾਸ ਕੀਤੀ। ਕਹਿੰਦੇ ਦੇਸ਼ ਦੇ, ਜਿਹੜਾ ਦੇਸ਼ ਦਾ ਰਾਜਾ ਸੀ, ਉਹਦੀ ਗੜੀ ਸੀ, ਉਹਦੀ ਕੰਧ ਗਿਰ ਗਈ। ਬਾਰਿਸ਼ ਪੈਣ ਕਰਕੇ ਕਿਤੋਂ ਵੀ ਇੱਟਾਂ ਨਾ ਮਿਲੀਆਂ। ਤੇ ਪਿਆਰਿਓ ਕਹਿੰਦੇ ਭਾਈ ਬੁੱਧੂ ਦਾ ਪੱਠਾ ਹੈ ਰਾਜੇ ਨੂੰ ਦੱਸਿਆ, ਤੇ ਆਖਿਆ ਉਹਦੀਆਂ ਕੱਚੀਆਂ ਪੀਲੀਆਂ ਇੱਟਾਂ ਨੇ। ਤੇ ਰਾਜਾ ਕਹਿੰਦਾ ਕੋਈ ਨਾ, ਜਿਹੋ ਜੀਆਂ ਨੇ ਲੈ ਆਓ। ਦੁੱਗਣੇ ਤਿਗਣੇ ਰੇਟ ਵਿੱਚ ਫਿਰ ਉਹ ਇੱਟਾਂ ਗਈਆਂ, ਤੇ ਕੱਚੀਆਂ ਇੱਟਾਂ ਦਾ ਆਵਾ ਪੱਕੀਆਂ ਦੇ ਭਾਅ ਵਿਕ ਗਿਆ। ਆਖੋ ਸਤਨਾਮ। ਜਦੋਂ ਮਹਾਤਮਾ ਨੂੰ ਘਰ 'ਚ ਚਰਨ ਪਵਾ ਕੇ ਪ੍ਰਸ਼ਾਦਾ ਛਕਾਇਆ, ਤੇ ਸੰਗਤ ਦੀ ਅਰਦਾਸ, ਰੱਬ ਦੇ ਪਿਆਰਿਆਂ ਦੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਸਮਾਂ ਵੀ ਸੰਪੂਰਨ ਹੋ ਚੁੱਕਿਆ। 10 ਵਜੇ ਦਾ ਮੈਨੂੰ ਟਾਈਮ ਦਿੱਤਾ ਸੀ, ਤੇ ਸਮੇਂ ਦੀ ਸਮਾਪਤੀ ਹੈ। ਸੋ ਪਿਆਰਿਓ, ਸ਼ੁਰੂਆਤ ਵਿੱਚ ਗੱਲ ਆਪਣੀ ਹੋਈ ਸੀ ਵੀ ਗੁਰੂ ਪ੍ਰਤੀ ਭਾਵਨਾ, ਸ਼ਰਧਾ। ਜੇਕਰ ਇਸ ਪਰਿਵਾਰ ਨੇ ਗੁਰੂ ਤੇ ਸ਼ਰਧਾ ਰੱਖੀ ਤੇ ਅੱਜ ਭਾਈ ਹਰਭਜਨ ਦੀਪ ਸਿੰਘ ਫੌਜ 'ਚ ਭਰਤੀ ਹੋ ਗਏ ਨੇ। ਨਹੀਂ ਤਾਂ ਕਈ ਲੱਖਾਂ ਰੁਪਇਆ ਚੱਕੀ ਫਿਰਦੇ ਨੇ ਵੀ ਅਸੀਂ ਫੌਜ 'ਚ ਭਰਤੀ ਹੋ ਜਾਈਏ। ਪਰ ਜਿਹਦੀ ਭਾਵਨਾ ਬਣ ਗਈ ਨਾ ਗੁਰੂ ਪ੍ਰਤੀ, ਜਿਹਦੀ ਗੁਰੂ ਤੇ ਸ਼ਰਧਾ ਬਣ ਗਈ, ਫਿਰ ਗੋਪਾਲ ਤੇਰਾ, ਬੋਲੋ ਗੋਪਾਲ ਤੇਰਾ, ਜੋ ਜਨ ਤੁਮਰੀ ਤਿਨਕੇ ਕਾਜ ਸਵਾਰਤਾ। ਫਿਰ ਉਹਨਾਂ ਦੇ ਕਾਜ ਉਹ ਰੱਬ ਵਾਹਿਗੁਰੂ ਸਵਾਰਦਾ ਹੈ। ਸੋ ਇਤਨੇ ਕੁ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਗਲਤੀਆਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਹਾਰ ਹਨ, ਸੰਗਤ ਬਖਸ਼ਣ ਹਾਰ ਹੈ। ਕੋਈ ਉੱਚਾ ਸ਼ਬਦ ਬੋਲਿਆ ਗਿਆ ਹੋਏਗਾ ਮੈਨੂੰ ਮਾਫ ਕਰ ਦਿਓ, ਵੀ ਅੱਗੇ ਤੋਂ ਵੀ ਬੋਲਣ ਦੀ ਮਤ ਪੈਦਾ ਹੋ ਜਾਵੇ। ਜੋ ਬੁਲਾਇਆ ਮੇਰੇ ਗੁਰੂ ਨੇ ਕਿਰਪਾ ਕਰਕੇ ਬੁਲਾਇਆ। ਜਿਹੜੇ ਚੰਗੇ ਗੁਣ ਨੇ ਉਹ ਆਪਣੀ ਝੋਲੀ ਵਿੱਚ ਪਾ ਕੇ ਲੈ ਜਾਇਓ, ਜਿਹੜੇ ਮਾੜੇ ਗੁਣ ਮੈਂ ਦੱਸੇ ਨੇ ਉਹ ਮੇਰੀ ਝੋਲੀ 'ਚ ਪਾ ਦਿਓ। ਸੋ ਵਿਚਾਰ ਕਰਦੇ ਆ ਭੁੱਲਾਂ ਗਲਤੀਆਂ ਜ਼ਰੂਰੀ ਬੇਨਤੀਆਂ ਕਰਨੀਆਂ ਨੇ ਵੀ ਗੁਰੂ ਪ੍ਰਤੀ ਭਾਵਨਾ ਬਣਾ ਕੇ ਰੱਖੋ। ਦੂਜੇ ਨੰਬਰ ਤੇ ਨਾਮ ਜਪੋ, ਭਾਵੇਂ ਥੋੜਾ ਜਪ ਲਓ ਭਾਵੇਂ ਬਹੁਤਾ ਜਪ ਲਓ। ਜ਼ਿਮੀਂਦਾਰ ਭਰਾ ਨਾ, ਜਿਹੜੇ ਜ਼ਿਮੀਂਦਾਰ ਲੋਕ ਨੇ, ਉਹ ਜਦੋਂ ਬੀਜ ਬੀਜਦੇ ਨੇ ਨਾ, ਉਹ ਵੇਖਦੇ ਨਹੀਂ ਵੀ ਬੀਜ ਨੂੰ ਐ ਬੀਜਣਾ ਜਾਂ ਇਦਾਂ ਬੀਜਣਾ ਜਾਂ ਸਿੱਧਾ ਕਰਕੇ ਬੀਜਣਾ। ਉਹ ਬੀਜ ਦਿੰਦੇ ਨੇ, ਜਿਹੋ ਜਿਹਾ ਬੀਜ ਦਿੱਤਾ ਉਹੋ ਜਿਹਾ ਉੱਗ ਪੈਣਾ ਬੀਜ। ਨਾਮ ਜਪਣਾ ਗੁਰਮੁਖਾ, ਭਾਵੇਂ ਪਿਆਰ ਨਾਲ ਜਪ ਲੈ ਤੇ ਭਾਵੇਂ ਗੁੱਸੇ ਨਾਲ ਜਪ ਲੈ। ਗੁੱਸੇ ਨਾਲ ਮੈਨੂੰ ਗੱਲ ਯਾਦ ਆ ਗਈ, ਇੱਕ ਛੋਟੀ ਜੀ ਗੱਲ ਕਰਕੇ ਸਮਾਪਤੀ ਹੈ। ਆਖਦੇ ਇੱਕ ਬੀਬੀ ਦਾ ਘਰ ਵਾਲਾ ਚੜਾਈ ਕਰ ਗਿਆ, ਉਹਦਾ ਨਾਮ ਸੀ ਭਗਵਾਨ ਦਾਸ। ਉਹਦੇ ਘਰ ਵਾਲੇ ਦਾ ਨਾਮ ਭਗਵਾਨ ਦਾਸ। ਗੁੱਸਾ ਨਾ ਕਰਿਓ, ਗੌਰ ਨਾਲ ਸੁਣਿਓ। ਕਹਿੰਦੇ ਚੜਾਈ ਕਰ ਗਿਆ, ਮਨ ਚ ਵਿਰਾਗ ਪੈਦਾ ਹੋਇਆ ਬੀਬੀ ਦੇ। 2 ਬੱਚੀਆਂ ਨੇ, ਇੱਕ ਮੁੰਨੀ ਇੱਕ ਗੁੰਨੀ, 2 ਬੱਚੀਆਂ ਨੇ ਉਸ ਦੀਆਂ। ਮਨ ਚ ਵਿਰਾਗ ਪੈਦਾ ਹੋਇਆ ਵੀ ਮਨ ਮੁੱਕ ਜਾਣਾ, ਮਨਾ ਸੰਸਾਰ ਤੋਂ ਚਲਾ ਜਾਣਾ ਹੈ।
क्यों ना मैं भी नाम जप ਲਾਂ। रब दे फकीर कोल गई, आखदी नाम दी दात बख्शो प्यारिओ। जदों ये गल कही, महापुरख कहंदे ऐ कर धीए, तू नाम जपिया कर भगवान, तू ही तू भगवान, तू ही तू। वो आखण लगी नाम दी तां खैर देती है, पर भगवान दास तां मेरे घर वाले दा नाम है। ਜਿਹੜੀਆਂ ਸਿਆਣੀਆਂ ਬੀਬੀਆਂ ਹੁੰਦੀਆਂ ਨੇ ਘਰ ਵਾਲੇ ਦਾ ਨਾਮ ਨਹੀਂ ਲੈਂਦੀਆਂ, ਸਿਆਣੀਆਂ ਬੀਬੀਆਂ। ਪਰ ਅੱਜ ਦਾ ਸਮਾਂ ਬੜਾ ਉੱਤੇ ਜਾ ਰਿਹਾ ਹੈ। ਅੱਜ ਪਤਾ ਹੀ ਹੈ ਹਾਲਾਤ, ਅੱਜ ਕੱਲ ਨਾਮ ਤੋਂ ਬਗੈਰ ਬੋਲਦੀਆਂ ਵੀ ਨਹੀਂ। ਜਿਹੜੀ ਅੱਜ ਕੱਲ ਦੀਆਂ ਜੋੜੀਆਂ ਨੇ ਨਾ ਗੁਰਮੁਖ ਪਿਆਰਿਓ, ਪਹਿਲਾਂ ਨਾ ਘਰ ਸੁਖੀ ਵਸਦੇ ਸਨ। ਜੇ ਮੀਆਂ ਬੀਬੀ ਦਾ ਝਗੜਾ ਹੋ ਗਿਆ ਨਾ, ਆਪਸ ਵਿੱਚ ਝਗੜਾ ਹੋ ਗਿਆ, 6 ਮਹੀਨੇ ਤੱਕ ਪੇਕਿਆਂ ਨੂੰ ਪਤਾ ਲੱਗਦਾ ਸੀ, ਉਦੋਂ ਤੱਕ ਸੁਲ੍ਹਾ ਹੋ ਜਾਂਦੀ ਸੀ ਆਪਸ ਵਿੱਚ। ਅੱਜ ਕੱਲ ਤਾਂ ਮਾੜਾ ਜਿਹਾ ਝਗੜਾ ਹੋਇਆ, ਫੋਨ ਕੀਤਾ, ਨਾਲ ਦੀ ਨਾਲ ਗੱਲ ਡਿਵੋਰਸ ਤੇ, ਨਾਲ ਦੀ ਨਾਲ। ਤੇ ਆਖਦੇ ਕਹਿੰਦੇ ਉਸ ਬੀਬੀ ਦੇ ਘਰ ਵਾਲੇ ਦਾ ਨਾਮ ਭਗਵਾਨ ਦਾਸ, ਤੇ ਆਖਦੀ ਹੁਣ ਮੈਂ ਨਾਮ ਕਿਵੇਂ ਲਾਂ। ਤੇ ਕਹਿੰਦੀ ਚੌਂਕੜਾ ਮਾਰ ਕੇ ਬੈਠ ਗਈ, ਤੇ ਆਖਦੀ ਚੱਲ ਨਾਮ ਤਾਂ ਨਹੀਂ ਲੈਂਦੀ, ਬੈਠ ਕੇ ਜੂੰ ਜਪਣ ਲੱਗੀ। ਕਿੱਦਾਂ? ਆਖਦੀ ਮੁੰਨੀ ਦੇ ਪਾਪਾ ਤੂੰ ਹੀ ਤੂੰ, ਮੁੰਨੀ ਦੇ ਪਾਪਾ ਤੂੰ ਹੀ ਤੂੰ, ਮੁੰਨੀ ਦੇ ਪਾਪਾ ਤੂੰ ਹੀ। ਭਗਵਾਨ ਵਿਸ਼ਨੂੰ ਉੱਪਰ ਬੈਠਾ ਲక్ష్ਮੀ ਨੂੰ ਕਹਿੰਦਾ, ਲక్ష్ਮੀ ਐ ਆ ਜਾ, ਤੈਨੂੰ ਆਪਣੀ ਭਗਤਨੀ ਦੇ ਦਰਸ਼ਨ ਕਰਾਨਾ। ਜਿੰਨੇ ਨਾਮ ਵੀ ਨਵਾਂ ਹੀ ਰੱਖਿਆ, ਮੇਰਾ ਨਵਾਂ ਨਾਮ। ਉਹ ਜਦੋਂ ਆਏ ਤੇ ਆਖਣ ਲੱਗਾ, ਜੇ ਮੈਂ ਥੱਲੇ ਗਿਆ ਨਾ ਤੇ ਲੋਕਾਂ ਨੇ ਦੁੱਖ ਲੈ ਕੇ ਬੈਠ ਜਾਣਾ ਮੇਰੇ ਕੋਲੇ। ਆਖਣ ਲੱਗਾ ਆ ਖੂਹ ਤੇ ਬੈਠਦਾ ਢਾਇਆ ਹੋਇਆ ਖੂਹ ਹੈ, ਟੱਠਾ ਜਿਹਨੂੰ ਕਹਿ ਦਈਦਾ ਆਪਾਂ, ਉਹ ਖੂਹ ਹੈ, ਮੈਂ ਇੱਥੇ ਬੈਠਦਾ ਤੇ ਜਾ ਤੂੰ ਰੂਪ ਧਾਰ ਕੇ ਜਾ, ਪੁੱਛ ਉਹਨੂੰ। ਤੇ ਲక్ష్ਮੀ ਰੂਪ ਧਾਰ ਕੇ ਗਈ, ਉਹ ਬੈਠ ਕੇ ਚੌਂਕੜਾ ਲਗਾ ਕੇ ਜਪਦੀ ਹੈ, ਮੁੰਨੀ ਦੇ ਪਾਪਾ ਤੂੰ ਹੀ ਤੂੰ, ਜੂੰ ਰਟਣ ਕੀਤਾ ਹੈ। ਤੇ ਆਖ ਕੇ ਬਾਂਹ ਲਾਈ, ਭੈਣੇ ਕਿਹਦਾ ਨਾਮ ਜਪਦੀ ਹੈ? ਤੇ ਉਹ ਕੁਝ ਬੋਲੀ ਨਹੀਂ, ਕਹਿੰਦੀ ਮਸੀ ਮਸੀ ਸੁਰਤੀ ਜੁੜੀ ਹੈ। ਤੇ ਆ ਗਈ, ਪੁੱਛਿਆ ਬਾਣ, ਉਹ ਆਖਦੀ ਭੈਣੇ ਦੱਸਦਾ ਸੀ ਕਿਹਦਾ ਨਾਮ ਜਪਦੀ, ਗੁੱਸੇ 'ਚ ਨਹੀਂ ਆਪਾਂ ਕਹਿ ਦਈਦਾ। ਤੇ ਉਹ ਅੱਗੋਂ ਗੁੱਸੇ 'ਚ ਬੋਲੀ, ਆਖਦੀ ਜਪਦੀ ਤੇਰੇ ਖਸਮ ਦਾ, ਆਖੋ ਸਤਨਾਮ। ਹੱਥ ਜੁੜ ਗਏ ਲక్ష్ਮੀ ਦੇ, ਆਖਣ ਲੱਗੀ ਭਗਵਾਨ ਤੇਰੇ ਭਗਤ ਅੰਤਰਯਾਮੀ ਵੀ ਹੋ ਗਏ, ਕਿਉਂਕਿ ਸੱਚਮੁੱਚ 'ਚ ਭਗਵਾਨ ਵਿਸ਼ਨੂੰ ਲక్ష్ਮੀ ਦਾ ਪਤੀ ਸੀ। ਤੂੰ ਆਖਣ ਲੱਗੀ ਦੱਸ ਤਾਂ ਦੇ, ਰਹਿੰਦਾ ਕਿੱਥੇ ਹੈ? ਤੂੰ ਦੱਸ ਤੇ ਦੇ, ਮੇਰਾ ਖਸਮ ਰਹਿੰਦਾ ਕਿੱਥੇ? ਕਹਿੰਦੀ ਬੈਠਾ ਹੋਏਗਾ ਟੱਠੇ ਖੂਹ 'ਚ, ਆਖੋ ਸਤਨਾਮ। ਉਹ ਟੱਠੇ ਖੂਹ 'ਚ ਹੀ ਬੈਠਾ ਸੀ, ਟੱਠੇ ਖੂਹ 'ਚ ਹੀ। ਇਸ ਕਰਕੇ ਪਿਆਰਿਓ ਸਫਲ ਹੋ ਜਾਂਦਾ ਏ, ਜਿਵੇਂ ਮਰਜ਼ੀ ਜਪ ਲਓ ਨਾਮ, ਜਿਵੇਂ ਜਪ ਲਿਆ ਉਵੇਂ ਫਲੀਭੂਤ ਹੋ ਜਾਂਦਾ ਹੈ। ਇਹ ਬਚਨ ਕਿਸੇ ਵਿਦਵਾਨ ਦਾ ਲਿਖਿਆ ਹੋਇਆ, ਤੁਲਸੀ ਜੀ ਹਿੰਦੂ ਮਤ ਵਿੱਚ ਬਹੁਤ ਵੱਡੇ ਪੰਡਤ ਤੁਲਸੀ ਜੀ, ਬੜੇ ਵੱਡੇ ਵਿਦਵਾਨ ਨੇ। ਇਹ ਉਹਨਾਂ ਦਾ ਬਚਨ ਹੈ, ਕਹਿੰਦੇ ਤੁਲਸੀ ਹਰ ਹਰ ਕੀਜੀਐ, ਹਰ ਹਰ ਕਰੋ ਤੁਲਸੀ, हर हर कीजिए भावे रीज के खीज, ज्यों धरती में हरा होए उल्टा फुलटा बीज। जिहो जिहा बीज दिता उग पैना। सो इतनी एक विचार करदियां होया भुलां गलतियां एक लास्ट धारणा पढ़ के उस तो बाद गुरु साहब के चरणों विच आनंद साहब जी का जाप, फिर अरदास बेनती, हुक्मनामे सुन के देगा लैके सब तो पहला धन गुरु ग्रंथ साहब महाराज गुरु दरबार विच जाणगे। उस तो बाद जिहड़ा भी प्रोग्राम होया वो आपां संगतां अगे रखांगे। सो जो प्रोग्राम चाह पानी दा होया वो संगत बेनती कर देगी, क्योंकि मैं ना एक जगह कीर्तन कर रहा इदां ही जिवें जलेबां पईयां ने थाल लिया के रखता ते मैं दीवान तो बाद समाप्ति कीती। मैं क्या भाई सारियां संगतां वास्ते लंगर प्रसादा तैयार है, छक के जाओ। और जदों मैं बेनती की समाप्ति हुई, साडे अगे तो प्रसादा लिया के रखता पर संगतां नूं चाह पानी छका रहे। जदों चाह पानी छका रहे तो मैं क्या भाई संगतां नूं छकाओ। वो कहंदे बाबा जी ये तुहाडे वास्ते कीता सीगा। मैं क्या 1 2 3 मैं कन्नां नूं हथ लाउणा, मैं अज तो लोसमिंट नहीं करदा इस तरह दी सारियां वास्ते है। ते
सो उस तो बाद जो मेन मुखी ने परिवार वालों संगतां वास्ते जलेबां दा लंगर हाजिर है, छक के जाओ। एक मैं उंज बेनती की है कि साडा पुछण दा हक बनता है भी प्रसादा तैयार होया कि चाह पानी है। इस करके कई बारी कम पुठा पै जांदा है। एक शब्द पढ़ के लास्ट, उस तो बाद सतगुरां दे चरनां विच अरदास करो। सतगुर आवणगे फेरा आवणगे तब मेरे जी मैं सदो के जवा उस ले सतगुर फुला वाला आसन लावा जी मैं फुला वाला आसन लावा ऊपर सतगुरां नूं बिठावा ऊपर सतगुरां नूं बिठावा बिठा सतगुर आवणगे फेरा आवणगे तर मेरे जी मैं सदक जावा उस वेले जी मैं सदक जावा उस वेले सतगुर सतगुरां दे चरनां विच इतनी करदास बेनती। सो समूहक परिवार दा गुरमुख प्यारिओ धन्नवाद जिन्हां ने रब वर्गियां संगतां दे दर्शन कराए ने। श्री आनंद साहब जी के जाप। राम कली महला तीजा आनंद को ओंकार सतगुर प्रसाद आनंद पिया मेरी माए सतगुरु मैं पाया सतगुर राग रतन परवार परिया शब्द गावन आईया सब गोतां दा कह नानक आनंद होआ सतगुरु मैं पाया हर नाल रहो तू मन मेरे दुख सब विसारना सबना गला समरथ स्वामी मनो विसारो साचो साहेबा क्या नहीं कर पोवा
आफत सलाह तो भी नाम मन वसावे। कह नानक सचो साहेब क्या नहीं कर तेरा साचा। कह नानक सुनो संतो शब्द करो प्यारो साचा। कह नानक कह सुख हुआ तित कर अनहद वाजे। अनद सुनो वद पागियो सगल मनोरथ आर ब्रह्म प्रभ पाया। उतरे सगल वसूरे दुख रोग सम। संत साजन पे करते पूरे गुर ते जाने सुनते। धनवंत नानक गुर चरण लागे वाजे अनाथ पूरे श्लोक पवन गुरु माता करत। दिवस रात दो गाई गाया दिल सगल जगत चंगियाई। कर्मी आपो अपनी ये मेरे तो दूर जिनी। नानक ते मुक्ति उजाले खेती छुट्टी नाल जिनी नाम। नानक ते मुक्ति उजाले खेती छुट्टी नाल। वाहिगुरु जी का खालसा वाहिगुरु जी की फतेह।